गुड मॉर्निंग प्लस टू क्लास वेलकम टू आवर यूट्यूब चैनल। बेटा नैक्सट साडा चैप्टर है 5 ईयर प्लान्स। प्रीवियस चैप्टर ਦੇ ਵਿੱਚ ਅਸੀਂ ਈਵ ਆਫ ਦਾ ਇੰਡੀਪੈਂਡੈਂਸ ਆਪਣੇ ਇੰਡੀਆ ਦੀ ਸਟੇਟ ਦੇਖੀ ਸੀ ਹਰ ਇੱਕ ਸੈਕਟਰ ਦੀ। ਤੇ ਨੈਕਸਟ ਸਾਡੇ ਚੈਪਟਰ ਦੇ ਵਿੱਚ ਹੈ 5 ਈਅਰ ਪਲਾਨਸ। ਸੋ ਪਲਾਨਸ ਦੇ ਵਿੱਚ ਸਭ ਤੋਂ ਪਹਿਲੇ ਸਾਨੂੰ ਪਤਾ ਹੋਣਾ ਚਾਹੀਦਾ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਸੋ ਡੈਫੀਨੇਸ਼ਨ ਕੀ ਹੈ, ਇਕਨੋਮਿਕ ਪਲੈਨਿੰਗ ਮੀਨਸ ਯੂਟਿਲਾਈਜੇਸ਼ਨ ਆਫ ਕੰਟਰੀ ਰਿਸੋਰਸਿਸ ਇਨਟੂ ਡਿਫਰੈਂਟ ਡਿਵੈਲਪਮੈਂਟ ਐਕਟੀਵਿਟੀਜ਼ in accordance with the national priorities। so economic planning ਕੀ ਆ, ਆਪਣੇ ਦੇਸ਼ ਦੇ ਰਿਸੋਰਸਿਸ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰਨਾ ਕਾਦੇ ਵਾਸਤੇ, ਡਿਵੈਲਪਮੈਂਟ ਐਕਟੀਵਿਟੀ ਵਾਸਤੇ। ਠੀਕ ਹੈ, ਸੋ ਇਹ ਡੈਫੀਨੇਸ਼ਨ ਕਿਹਦੀ ਹੈ, ਇਕਨੋਮਿਕ ਪਲੈਨਿੰਗ ਆਫ ਇੰਡੀਆ ਦੀ। ਸੋ ਇੰਡੀਆ ਦੇ ਵਿੱਚ ਇਕਨੋਮਿਕ ਪਲੈਨਿੰਗ ਬਾਰੇ ਕਦੋਂ ਸੋਚਿਆ ਗਿਆ, 15 ਅਗਸਤ 1947 ਚ ਜਦੋਂ ਸਾਨੂੰ ਆਜ਼ਾਦੀ ਮਿਲੀ ਸੀ ਉਸ ਸਮੇਂ ਫਿਰ ਇਸੇ ਬਾਰੇ ਸੋਚਿਆ ਗਿਆ ਕਿ ਦੇਸ਼ ਦੇ ਵਿੱਚ 5 ਈਅਰ ਪਲਾਨਸ ਲਿਆਂਦੇ ਜਾਣ ਤਾਂ ਕਿ ਡਿਵੈਲਪਮੈਂਟ ਹੋ ਸਕੇ। ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ਸਟੇਟ ਹਰ ਇੱਕ ਸੈਕਟਰ ਦੀ ਸੀ ਜੋ ਕਿ ਪਿਛੜੀ ਹੋਈ ਹਾਲਾਤ ਦੇ ਵਿੱਚ ਗਈ ਸੀ। ਹੁਣ ਅਸੀਂ ਕੀ ਸੋਚਿਆ ਕਿ 5 ਈਅਰ ਪਲਾਨਸ ਲਿਆਂਦੇ ਜਾਣ ਜਿਹਦੇ ਵਿੱਚ ਹਰ ਇੱਕ ਸੈਕਟਰ ਨੂੰ ਪ੍ਰੋਪਰਲੀ ਡਿਵੈਲਪ ਕੀਤਾ ਜਾ ਸਕੇ। ਠੀਕ ਹੈ, ਸੋ 1950 ਦੇ ਵਿੱਚ ਪਲੈਨਿੰਗ ਕਮਿਸ਼ਨ ਐਸਟੈਬਲਿਸ਼ ਕੀਤਾ ਗਿਆ ਬਾਈ ਦਾ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ। ਠੀਕ ਹੈ, ਸੋ 1950 ਇਹ MCQ ਵੀ ਆ ਸਕਦਾ ਹੈ ਕਿ ਪਲੈਨਿੰਗ ਕਮਿਸ਼ਨ ਕਦੋਂ ਐਸਟੈਬਲਿਸ਼ ਕੀਤਾ ਗਿਆ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਕਿ ਗੋਲਸ। ਠੀਕ ਹੈ, ਉਹਦੇ ਵੱਖਰੇ ਵੱਖਰੇ ਗੋਲਸ ਹੁੰਦੇ ਆ ਜਿਹਨੂੰ ਕਿ ਓਬਜੈਕਟਿਵ ਵੀ ਕਹਿੰਦੇ ਆ। ਓਬਜੈਕਟਿਵ ਦੇ ਵਿੱਚ ਅਸੀਂ ਦੋ ਤਰ੍ਹਾਂ ਦੇ ਓਬਜੈਕਟਿਵ ਕਰਾਂਗੇ, ਫਸਟ ਇਜ਼ ਅ ਲੌਂਗ ਪੀਰੀਅਡ ਗੋਲ ਐਂਡ ਸੈਕਿੰਡ ਇਜ਼ ਅ ਸ਼ਾਰਟ ਪੀਰੀਅਡ ਗੋਲ। ਠੀਕ ਹੈ, ਲੌਂਗ ਟਰਮ ਕਿਹੜੇ ਹੋਣਗੇ, ਜਿਹੜੇ ਕਿ ਕਈ ਸਾਲਾਂ ਤੱਕ ਚੱਲਦੇ ਆ। ਸ਼ਾਰਟ ਪੀਰੀਅਡ ਜਿਹੜੇ ਕਿ ਛੋਟੇ ਛੋਟੇ ਗੋਲਸ ਜਿਹੜੇ ਸਾਡੇ ਓਬਜੈਕਟਿਵ ਉਦੇਸ਼ ਸਾਡੇ ਵੱਡੇ ਉਦੇਸ਼ਾਂ ਦੇ ਨਾਲ ਚੱਲਦੇ ਆ। ਲੌਂਗ ਪੀਰੀਅਡ ਗੋਲ ਦੇ ਵਿੱਚ ਅਸੀਂ ਪੜਾਂਗੇ ਇਕਨੋਮਿਕ ਗਰੋਥ ਔਰ ਇਨਕਰੀਜ਼ ਇਨ GDP। ਸੋ ਇਸ ਵਿੱਚ ਅਸੀਂ ਕੀ ਆਪਣਾ ਉਦੇਸ਼ ਰੱਖਿਆ ਕਿ ਅਸੀਂ ਆਪਣੀ GDP ਨੂੰ ਇਨਕਰੀਜ਼ ਕਰਨਾ। ਠੀਕ ਹੈ, ਸੋ ਪਰ ਕੈਪੀਟਾ GDP ਕੱਢਣ ਵਾਸਤੇ ਅਸੀਂ GDP ਨਾਲ ਜਦੋਂ ਸਾਈਜ਼ ਆਫ ਪਾਪੂਲੇਸ਼ਨ ਡਿਵਾਈਡ ਕਰਦੇ ਹਾਂ ਤੇ ਸਾਡੇ ਕੋਲ ਆ ਜਾਂਦਾ ਇਨਕਰੀਜ਼ ਇਨ GDP। ਠੀਕ ਹੈ, GDP ਇਨਕਰੀਜ਼ ਕਿਵੇਂ ਹੋ ਸਕਦੀ ਆ, ਜਦੋਂ ਅਸੀਂ ਆਪਣੀਆਂ ਫਾਈਨਲ ਗੁੱਡਸ ਤਿਆਰ ਆਪਣੇ ਦੇਸ਼ ਵਿੱਚ ਹੀ ਕਰਾਂਗੇ ਤੇ ਉੱਥੇ ਹੀ ਉਹਨਾਂ ਨੂੰ ਬਾਏ ਕੀਤਾ ਜਾਏਗਾ। ਠੀਕ ਹੈ, ਸਾਡੇ ਐਕਸਪੋਰਟ ਇਨਕਰੀਜ਼ ਹੋਣਗੇ। ਸੈਕਿੰਡ ਸਾਡਾ ਉਦੇਸ਼ ਸੀ ਸੈਲਫ ਰਿਲਾਇੰਸ। ਸੈਲਫ ਰਿਲਾਇੰਸ ਦਾ ਮਤਲਬ ਆਤਮ ਨਿਰਭਰ। ਠੀਕ ਹੈ, ਸੋ ਇਹ ਸਾਡਾ ਫਸਟ 7 ਈਅਰ 5 ਈਅਰ ਪਲਾਨ ਜਿਹੜੇ ਸਾਡੇ ਗਏ ਸੀ, ਪਹਿਲੇ 7 ਦੀ ਸਾਰੀਆਂ ਯੋਜਨਾਵਾਂ ਦੇ ਵਿੱਚ ਸੈਲਫ ਰਿਲਾਇੰਸ ਨੂੰ ਬਹੁਤ ਇੰਪੋਰਟੈਂਸ ਦਿੱਤੀ ਗਈ। ਠੀਕ ਹੈ, ਕਿ ਅਸੀਂ ਕੀ ਕਰਨਾ ਹੈ, ਇੰਪੋਰਟਸ ਨੂੰ ਅਵੋਇਡ ਕਰਨਾ ਹੈ ਪ੍ਰੋਪਰਲੀ। ਥਰਡ ਮਾਡਰਨਾਈਜੇਸ਼ਨ। ਮਾਡਰਨਾਈਜੇਸ਼ਨ ਦੇ ਵਿੱਚ ਕੀ ਹੁੰਦਾ, ਨਿਊ ਟੈਕਨੋਲੋਜੀ ਨਿਊ ਮੈਥਡਸ ਨੂੰ ਲਿਆਇਆ ਜਾਂਦਾ। ਠੀਕ ਹੈ, ਜਿੰਨੇ ਵੀ ਰਿਸੋਰਸਿਸ ਜਾਂ ਗੁੱਡਸ ਤਿਆਰ ਕੀਤੀਆਂ ਜਾਂਦੀਆਂ ਉਹਨਾਂ ਨੂੰ ਟੈਕਨੋਲੋਜੀ ਯੂਜ਼ ਕਰਕੇ ਫਿਰ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਪ੍ਰੋਪਰਲੀ, ਜਿਹਦੇ ਵਿੱਚ ਅਸੀਂ ਮਾਡਰਨਾਈਜੇਸ਼ਨ ਐਗਰੀਕਲਚਰ ਸੈਕਟਰ ਦੀ, ਇੰਡਸਟਰੀਅਲ ਸੈਕਟਰ ਦੀ, ਇਹ ਸਾਰੇ ਸੈਕਟਰ ਦੀ ਦੋਨਾਂ ਚੀਜ਼ਾਂ ਦੀ ਅਸੀਂ ਲਵਾਂਗੇ। ਠੀਕ ਹੈ, ਸੋ ਗ੍ਰੀਨ ਰੈਵੋਲੂਸ਼ਨ ਲਿਆਂਦੀ ਗਈ, ਉਹਦੇ ਵਿੱਚ ਵੀ ਮਾਡਰਨਾਈਜੇਸ਼ਨ ਆਈ, ਜਿਵੇਂ ਕਿ HYY ਸੀਡਸ ਆਏ। ਠੀਕ ਹੈ, ਫੋਰਥ ਫੁੱਲ ਐਮਪਲਾਇਮੈਂਟ। ਫੁੱਲ ਐਮਪਲਾਇਮੈਂਟ ਦੇ ਵਿੱਚ ਸਾਡੇ ਕੋਲ ਕੀ ਆਇਆ ਕਿ ਅਸੀਂ ਦੇਸ਼ ਦੇ ਵਿੱਚ ਪੂਰਨ ਰੁਜ਼ਗਾਰ ਲੈ ਕੇ ਆਉਣਾ। ਠੀਕ ਹੈ, ਨੈਕਸਟ ਸਾਡੇ ਕੋਲ ਆ ਗਿਆ ਇਕੁਇਟੀ ਐਂਡ ਸੋਸ਼ਲ ਜਸਟਿਸ। ਸੋ ਲੌਂਗ ਟਰਮ ਗੋਲ ਦੇ ਵਿੱਚ ਸਾਡੇ ਕੋਲ ਆ ਗਿਆ ਇਕੁਇਟੀ ਐਂਡ ਸੋਸ਼ਲ ਜਸਟਿਸ। ਇਕੁਇਟੀ ਐਂਡ ਸੋਸ਼ਲ ਜਸਟਿਸ। ਸੋ ਇਹ ਸਾਡੇ ਦੇਸ਼ ਦਾ ਉਦੇਸ਼ ਸੀ ਕਿ ਅਸੀਂ ਸਮਾਨਤਾ ਦੇ ਨਾਲ ਨਾਲ ਜਸਟਿਸ ਵੀ ਕਰਨਾ ਸਮਾਜ ਦਾ। ਠੀਕ ਹੈ, ਉਹਦੇ ਵਿੱਚ ਕੀ ਹੈ, ਇਕੁਇਟੀ ਸਮਾਨਤਾ ਲੈ ਕੇ ਆਉਣੀ, ਜਿਹਦੇ ਵਿੱਚ ਕੀ ਡਿਸਟਰੀਬਿਊਸ਼ਨ ਆਫ ਵੈਲਥ ਐਂਡ ਸੋਸ਼ਲ ਜਸਟਿਸ ਕੀਤਾ ਜਾਏਗਾ। ਸੋ ਇਹ ਸਾਡੇ ਕੀ ਸੀ 6 ਜਿਹੜੇ ਸੀ ਲੌਂਗ ਟਰਮ ਗੋਲ ਹੈਗੇ ਸੀ। ਉਸ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ ਸ਼ਾਰਟ ਟਰਮ ਗੋਲਸ। ਸ਼ਾਰਟ ਟਰਮ ਗੋਲਸ ਦੇ ਵਿੱਚ ਅਸੀਂ ਕੋਈ ਵੀ ਗੋਲ ਜਿੱਦਾਂ ਕਿ ਐਗਰੀਕਲਚਰ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ, agriculture production increase, reduce poverty, reduce
ਅਨਐਮਪਲੋਇਮੈਂਟ। ठीक है, सो शॉर्ट टर्म गोल्स ਦੇ ਵਿੱਚ ਜਿਵੇਂ ਕਿ ਪਹਿਲਾ ਸਾਡੇ ਪਲਾਨ ਦੇ ਵਿੱਚ ਫਸਟ ਗੋਲ ਸੀ ਸਾਡਾ ਐਗਰੀਕਲਚਰ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ। ਸੈਕਿੰਡ ਸਾਡੇ ਕੋਲ ਆ ਗਿਆ ਸੀ ਕਿ ਰਿਡਿਊਸ ਪਾਵਰਟੀ ਨੂੰ ਅਸੀਂ ਹਟਾਉਣਾ ਹੈ, ਜਿਹਦੇ ਵਿੱਚ ਕੀ ਕੀਤਾ ਜਾਏਗਾ, ਪਾਵਰਟੀ ਨੂੰ ਹਟਾਉਣ ਵਾਸਤੇ ਉਹਨਾਂ ਨੂੰ ਵੱਖਰੀਆਂ ਸਹਾਇਤਾ ਦਿੱਤੀਆਂ ਜਾਣਗੀਆਂ। ਠੀਕ ਹੈ, ਰਿਡਿਊਸ ਅਨਐਮਪਲੋਇਮੈਂਟ, ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਉਹਨਾਂ ਨੂੰ ਰੁਜ਼ਗਾਰ ਭੱਤਾ ਤੇ ਨਵੇਂ ਸਾਧਨ ਕ੍ਰੀਏਟ ਕੀਤੇ ਗਏ ਜਿਹਦੇ ਨਾਲ ਉਹਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇ। ਠੀਕ ਹੈ, ਸ਼ਾਰਟ ਟਰਮ ਗੋਲਸ ਤੋਂ ਬਾਅਦ ਵਿੱਚ ਹੋਰ ਸਾਡੇ ਕੋਲ ਆਉਂਦਾ ਮੇਨ ਗੋਲ ਸਾਡਾ ਅਚੀਵਮੈਂਟ ਆਫ ਸੈਲਫ ਰਿਲਾਇੰਸ, ਜੋ ਕਿ ਸਾਡਾ ਲੌਂਗ ਟਰਮ ਗੋਲ ਵੀ ਆਉਂਦਾ ਸੈਲਫ ਰਿਲਾਇੰਸ, ਜਿਹਦੇ ਵਿੱਚ ਕੀ ਹੈ, ਆਤਮ ਨਿਰਭਰਤਾ। ਅਸੀਂ ਬਾਹਰਲੇ ਦੇਸ਼ਾਂ ਤੋਂ ਪ੍ਰੋਡਕਟ ਖਰੀਦਣਾ ਬੰਦ ਕਰਕੇ ਆਪਣੇ ਦੇਸ਼ ਦੇ ਵਿੱਚ ਪ੍ਰੋਡਕਟ ਨੂੰ ਤਿਆਰ ਕਰੀਏ। ਠੀਕ ਹੈ, ਸੋ ਆਪਣੇ ਦੇਸ਼ ਵਿੱਚ ਹੀ ਉਹਨਾਂ ਨੂੰ ਤਿਆਰ ਕੀਤਾ ਜਾਵੇ ਤੇ ਉੱਥੇ ਹੀ ਕੰਜ਼ਿਊਮ ਕੀਤਾ ਜਾਵੇ। ਬਾਹਰ ਦੇ ਬ੍ਰਾਂਡ ਛੱਡ ਕੇ ਅਸੀਂ ਆਪਣੇ ਇੰਡੀਆ ਦੇ ਬ੍ਰਾਂਡ ਨੂੰ ਅਪਣਾਈਏ, ਜਿਹਦੇ ਨਾਲ ਕਿ ਸਾਡੇ ਇੱਥੋਂ ਦੇ ਐਕਸਪੋਰਟਰਸ, ਸਾਡੇ ਇੱਥੋਂ ਦੇ ਬਣਾਉਣ ਵਾਲੇ ਜਿਹੜੇ ਵਸਤੂਆਂ ਨੂੰ ਬਣਾਉਣ ਵਾਲੇ ਨੇ, ਉਹ ਵੀ ਉਤਸ਼ਾਹਿਤ ਹੋ ਸਕਣ ਤੇ ਨਵੇਂ ਪ੍ਰੋਡਕਟ ਤਿਆਰ ਕੀਤੇ ਜਾ ਸਕਣ। ਠੀਕ ਹੈ, ਸੋ ਸ਼ਾਰਟ ਪੀਰੀਅਡ ਗੋਲ ਦੇ ਵਿੱਚ ਹੋਰ ਸਾਡੇ ਕੋਲ ਆਉਂਦੇ ਆ ਸਸਟੇਨੇਬਲ ਇਕਨੋਮਿਕ ਗਰੋਥ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਮਲਟੀਪਲ ਗਰੋਥ ਪਲੈਨਿੰਗ ਆਫ ਸੈਕਿੰਡ ਗ੍ਰੀਨ ਰੈਵੋਲੂਸ਼ਨ ਦੂਸਰੀ ਦੀ ਤਿਆਰੀ ਕੀਤੀ ਜਾਂਦੀ ਹੈ ਇਹਦੇ ਵਿੱਚ। ਸੋ ਇਹ ਸਾਡੇ ਕੋਲ ਇੱਕ ਤੇ ਹੈਗੇ ਸੀ ਲੌਂਗ ਟਰਮ ਗੋਲ, ਸੈਕਿੰਡ ਸੀ ਸਾਡੇ ਕੋਲ ਸ਼ਾਰਟ ਟਰਮ ਗੋਲਸ। ਸੋ ਇਹ ਮੇਨ ਸਾਡਾ ਕੁਐਸਚਨ ਬਣਦਾ ਹੈ, ਆਬਜੈਕਟਿਵਸ ਪੁੱਛੇ ਜਾਣਗੇ ਜਿਹਦੇ ਵਿੱਚ ਅਸੀਂ ਸ਼ਾਰਟ ਟਰਮ ਤੇ ਲੌਂਗ ਟਰਮ ਵੱਖਰੇ ਲਿਖਾਂਗੇ। ਠੀਕ ਹੈ, ਉਸ ਤੋਂ ਬਾਅਦ ਬੇਟਾ ਸਾਡੇ ਕੋਲ ਆਉਂਦਾ ਫੇਲੀਅਰ ਪਲੈਨਿੰਗ ਦੇ ਫੇਲ ਹੋਣ ਦੇ ਕੀ ਕਾਰਨ ਸੀ। ਸੋ ਕੋਈ ਵੀ ਪਲਾਨ ਜਦੋਂ ਬਣਾਇਆ ਜਾਂਦਾ ਹੈ ਉਹਦੇ ਵਿੱਚ ਕਈ ਕਮੀਆਂ ਰਹਿ ਜਾਂਦੀਆਂ ਜਿਹਦੇ ਕਰਕੇ ਉਹ ਫੇਲ ਹੋ ਜਾਂਦਾ ਹੈ। ਸੋ ਫੇਲੀਅਰ ਆਫ ਇਕਨੋਮਿਕ ਪਲਾਨਿੰਗ, ਇਹ ਵੀ ਮੇਨ ਲੌਂਗ ਕੁਐਸਚਨ ਆ ਸਕਦਾ ਹੈ ਕਿ ਫੇਲੀਅਰਸ ਲਿਖੋ। ਸੋ ਫੇਲੀਅਰ ਵਿੱਚ ਫਸਟ ਆ ਗਿਆ ਰਾਈਜ਼ ਇਨ ਪ੍ਰਾਈਸ, ਨਵੇਂ ਪਲਾਨ ਆਉਣ ਦੇ ਨਾਲ ਕੀ ਹੋਇਆ, ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ। ਵਾਧਾ ਕਿਉਂ ਹੋ ਗਿਆ, ਕਿਉਂਕਿ ਸਾਡੇ ਦੇਸ਼ ਦੀ ਜਿਹੜੀ GDP ਵੀ ਇਨਕਰੀਜ਼ ਹੋਈ, ਵਸਤੂਆਂ ਨਵੀਆਂ ਤਿਆਰ ਹੋਣ ਲੱਗੀਆਂ ਤੇ ਕਾਸਟ ਆਫ ਪ੍ਰੋਡਕਸ਼ਨ ਇਨਕਰੀਜ਼ ਹੋਈ, ਜਿਹਦੇ ਨਾਲ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ। ਸੈਕਿੰਡ, ਇਨਕਰੀਜ਼ ਇਨ ਅਨਐਮਪਲੋਇਮੈਂਟ, ਸੋ ਅਸੀਂ ਉਦੇਸ਼ ਕੀ ਲੈ ਕੇ ਚੱਲੇ ਸੀ ਕਿ ਅਸੀਂ ਅਨਇੰਪਲੋਇਮੈਂਟ ਨੂੰ, ਬੇਰੁਜ਼ਗਾਰੀ ਨੂੰ ਘਟਾਉਣਾ ਹੈ, ਬਟ ਇਹ ਕੀ ਹੋਇਆ, ਪਲਾਨ ਦਾ ਫੇਲ ਹੋਣ ਦਾ ਸਾਡੇ ਕੋਲ ਕੀ ਆ ਗਿਆ ਕਿ ਇਨਕਰੀਜ਼ ਇਨ ਅਨਇੰਪਲੋਇਮੈਂਟ, ਬੇਰੁਜ਼ਗਾਰੀ ਸਗੋਂ ਹੀ ਵੱਧ ਗਈ ਅੱਗੇ ਨਾਲੋਂ ਜ਼ਿਆਦਾ। ਠੀਕ ਹੈ, ਸਲੋ ਗਰੋਥ ਆਫ ਪ੍ਰੋਡਕਸ਼ਨ ਸੈਕਟਰ, ਸਲੋ ਗਰੋਥ ਆਫ ਪ੍ਰੋਡਕਸ਼ਨ ਸੈਕਟਰ ਦਾ ਕੀ ਕਾਰਨ ਹੈ ਕਿ ਸਾਡਾ ਜਿਹੜਾ ਇੰਡਸਟਰੀਅਲ ਸੈਕਟਰ ਜ਼ਿਆਦਾ ਡਿਵੈਲਪ ਨਹੀਂ ਸੀ। slow growth of production sector। next ਸਾਡੇ ਕੋਲ ਕੀ ਆਂਦਾ ਹੈ, inequality in distribution of income and wealth, income and distribution wealth। ਸੋ ਇਹਦਾ ਕੀ ਮਤਲਬ ਹੈ, ਅਨਇਕੁਐਲਿਟੀ ਧਨ ਦੀ ਅਸਮਾਨਤਾ ਹੋਰ ਜ਼ਿਆਦਾ ਵੱਧ ਗਈ। ਕਿਉਂ ਵੱਧ ਗਈ, ਕਿਉਂਕਿ ਗ੍ਰੀਨ ਰੈਵੋਲੂਸ਼ਨ ਜਦੋਂ ਆਈ, ਜਿਹੜੇ ਅਮੀਰ ਕਿਸਾਨ ਸੀ ਉਹਨਾਂ ਨੇ ਉਹਨੂੰ ਅਪਣਾਇਆ ਤੇ ਜਿਹਦੇ ਨਾਲ ਉਹ ਹੋਰ ਅਮੀਰ ਹੋ ਗਏ ਤੇ ਜਿਹੜੇ ਗਰੀਬ ਸੀ ਉਹ ਹੋਰ ਗਰੀਬ ਹੋ ਗਏ, ਜਿਹਦੇ ਕਾਰਨ ਕਿ ਧਨ ਦੀ ਅਸਮਾਨਤਾ ਹੋਰ ਜ਼ਿਆਦਾ ਵੱਧ ਗਈ। ਠੀਕ ਹੈ, ਨੈਕਸਟ ਬੇਟਾ ਇਨਐਫੀਸ਼ੀਐਂਟ ਐਡਮਿਨਿਸਟ੍ਰੇਸ਼ਨ। ਸੋ ਕਿਸੇ ਵੀ ਪਲਾਨ ਨੂੰ ਸਟੈਬਲਿਸ਼ ਕਰਨ ਵਾਸਤੇ, ਉਹਨੂੰ ਪ੍ਰੋਪਰਲੀ ਤਰੀਕੇ ਨਾਲ ਚਲਾਉਣ ਵਾਸਤੇ ਸਾਨੂੰ ਕੀ ਚਾਹੀਦਾ ਹੁੰਦਾ ਵਾ, ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਸਾਡਾ ਵਧੀਆ ਹੋਵੇ, ਪਰ ਸਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਸੀ ਦੈਟ ਇਜ਼ ਅ ਇਨਐਫੀਸ਼ੀਐਂਟ। ਸੋ ਇਹਦੇ ਵਿੱਚ ਕੀ ਸੀ, ਕਰਪਸ਼ਨ ਸੀ, ਕੋਈ ਵੀ ਪਲਾਨ ਚੱਲਦਾ ਸੀ ਉਹਨੂੰ ਪ੍ਰੋਪਰ ਤਰੀਕੇ ਨਾਲ ਐਸਟੈਬਲਿਸ਼ ਨਹੀਂ ਕੀਤਾ ਜਾਂਦਾ। ਜਿਵੇਂ ਕਿ ਕੋਈ ਸੈਕਟਰ ਸੀ ਜਿਹੜੇ ਕਿ ਪਿਛੜੇ ਹੀ ਰਹਿ ਜਾਂਦੇ ਸੀ, ਜਿਹੜੇ ਸੈਕਟਰ ਪਹਿਲੇ ਹੀ ਡਿਵੈਲਪ ਸੀ ਉਹਨਾਂ ਨੂੰ ਜ਼ਿਆਦਾ ਹੋਰ ਡਿਵੈਲਪ ਹੋ ਜਾਂਦੇ ਸੀ,
ठीक है, दैट इज़ अ इनएफिशिएंट एडमिनिस्ट्रेशन। नैक्सट साढ़े कोल वाइड स्प्रैड पावर्टी, वाइड स्प्रैड पावर्टी, गरीबी होर ज़्यादा वध गई। ठीक है, सो ये साढ़े कोल है साढ़े फेलियर्स इकनॉमिक प्लानिंग दे। ठीक है बेटा, नैक्सट आप अपने टॉपिक दे विच करांगे ये फीचर्स की है तो ये अचीवमेंट्स की है।